ਹੈਲੋ ਸਟੂਡੈਂਟਸ, ਅੱਜ ਜਿਹੜਾ ਹੈ ਨੈਕਸਟ ਸਾਡਾ ਵਿਸ਼ਾ ਵੀਡੀਓ ਦਾ ਹੈ। ਸਾਡੀ ਜਿਹੜੀ ਕਹਾਣੀ ਸ਼ਹੀਦ ਹੈ ਨਾ, ਉਹਦੇ ਕੁਐਸਚਨ ਆਨਸਰਸ ਕਰਨੇ ਆ। ਸਾਡੀ ਸ਼ਹੀਦ ਕਹਾਣੀ ਕੰਪਲੀਟ ਹੋ ਗਈ ਸੀ ਔਰ ਅੱਜ ਜਿਹੜਾ ਆ ਆਪਾਂ ਸ਼ਹੀਦ ਕਹਾਣੀ ਦੇ ਕੁਐਸਚਨ ਆਨਸਰ ਜਿਹੜੇ ਕਿ ਤੁਹਾਡੇ ਅਭਿਆਸ ਪੁਸਤਕ ਦੇ ਵਿੱਚ ਦਿੱਤੇ ਗਏ ਆ ਨਾ, ਉਹ ਟੋਟਲ 4 ਕੁਐਸਚਨ ਆ। ਪਹਿਲੇ 2 ਕੁਐਸਚਨ ਸੋਲਵਡ ਹੈ ਤੇ 2 ਕੁਐਸਚਨ ਅਨਸੋਲਵਡ ਹੈ। ਠੀਕ ਹੈ, ਸੋ ਜਿਹੜੇ ਸੋਲਵਡ ਹੈ ਉਹ ਵੀ ਥੋੜੇ ਬਹੁਤੇ ਤੁਹਾਨੂੰ ਮੈਂ ਗਾਈਡ ਕਰੂੰਗੀ, ਕਿਉਂਕਿ ਉਹਨਾਂ ਦੇ ਆਨਸਰ ਜਿਹੜੇ ਆ ਨਾ ਉਹ ਤੁਹਾਡੀ ਕਹਿ ਲਓ ਕਿ ਵਰਕਬੁੱਕ ਦੇ ਵਿੱਚ ਪ੍ਰੋਪਰ ਨਹੀਂ ਲਿਖੇ ਹੋਏ। ਸੋ ਪਹਿਲੀਆਂ ਲਾਈਨਾਂ ਦੇਖੋ। ਅੱਜ ਕੱਲ੍ਹ ਮੇਰਾ ਪੁੱਤਰ ਮੇਰੇ ਕੋਲੋਂ ਬੜੇ ਹੀ ਅਜੀਬ ਸਵਾਲ ਪੁੱਛਣ ਲੱਗ ਪਿਆ ਹੈ। ਉਪਰੋਕਤ ਸਤਰਾਂ ਕਿਸ ਕਹਾਣੀ ਵਿੱਚੋਂ ਲਈਆਂ ਗਈਆਂ ਹਨ? ਠੀਕ ਹੈ, ਸੋ ਇੱਥੇ ਉਹਨਾਂ ਨੇ ਸਿਰਫ ਜਿਹੜਾ ਹੈ ਕਹਾਣੀ ਦਾ ਨਾਮ ਦਿੱਤਾ ਆ। ਉਪਰੋਕਤ ਸਤਰਾਂ ਕਹਾਣੀਕਾਰ ਕੇ.ਐਲ. ਗਰਗ ਦੀ ਕਹਾਣੀ ਸ਼ਹੀਦ ਵਿੱਚੋਂ ਲਈਆਂ ਗਈਆਂ ਹਨ। ਠੀਕ ਹੈ, ਸੋ ਨਾਲ ਜਿਹੜਾ ਨਾ ਬੇਟਾ ਤੁਸੀਂ ਇਹਦੇ ਵਿੱਚ ਨਾਲ ਜਾਣਕਾਰੀ ਦੇਣੀ ਆ ਕਿ ਇਹ ਜਿਹੜੀਆਂ ਸਤਰਾਂ ਆ ਸ਼ਹੀਦ ਕਹਾਣੀ ਜੋ ਕਿ ਕੇ.ਐਲ. ਗਰਗ ਨੇ ਲਿਖੀ ਨਾ ਵਿੱਚੋਂ ਲਈਆਂ ਗਈਆਂ ਹਨ। ਔਰ ਇਸ ਕਹਾਣੀ ਦੇ ਵਿੱਚ ਜਿਹੜੀ ਹੈ ਤੁਹਾਨੂੰ ਕਿਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ? ਸ਼ਹੀਦਾਂ ਬਾਰੇ। ਠੀਕ ਹੈ, ਸ਼ਹੀਦਾਂ ਨੂੰ ਜਿਹੜਾ ਹੈ ਅਲੱਗ-ਅਲੱਗ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਗਿਆ ਆ। ਉਹਨਾਂ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਆ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹਦੇ ਵਿੱਚ ਜਿਹੜਾ ਹੈ ਨਾ ਤੁਸੀਂ ਨਾਲ ਇਹ ਜਾਣਕਾਰੀ ਦੇਣੀ ਆ, ਜਿਸ ਤਰ੍ਹਾਂ ਨਾ ਇੱਕ ਕਾਮਨ ਜਿਹਾ ਕੁਐਸਚਨ ਤਿਆਰ ਕਰ ਲਈਦਾ ਹੁੰਦਾ ਕਿ ਇਹਦੇ ਵਿੱਚ ਨਾ ਰਾਜੇ ਕਿੱਦਾਂ ਦੱਸਿਆ ਆ। ਸੋ ਤੁਸੀਂ ਦੇਖੋ ਇਹਦੇ ਵਿੱਚ ਕਿ ਇੱਕ ਨਾ ਜਰਨਲ ਜਿਹਾ ਆਨਸਰ ਹੈ, ਜਿੱਦਾਂ ਇਹ ਸ਼ਬਦ ਸ਼ਹੀਦ ਕਹਾਣੀ ਵਿੱਚੋਂ ਲਏ ਗਏ ਹਨ। ਜਿੱਦਾਂ ਤੁਹਾਨੂੰ ਨਾ ਸਿਰਫ ਇਹੀ ਪੁੱਛਿਆ ਗਿਆ ਹੋਵੇ ਵੀ ਕਿਸ ਕਹਾਣੀ ਵਿੱਚੋਂ ਲਏ ਗਏ ਹਨ ਜਾਂ ਕਹਾਣੀਕਾਰ ਕੌਣ ਹੈ, ਉਹ 'ਚ ਸਿੰਪਲ ਜਿਹੜਾ ਨਾ ਇੱਕ ਕਹਿ ਲਓ ਕਿ ਸਿੰਪਲ ਜਿਹੀ ਕਹਾਣੀ ਬਾਰੇ ਜਾਣਕਾਰੀ ਦੇਈਦੀ ਆ। ਇਹ ਸ਼ਬਦ ਸ਼ਹੀਦ ਕਹਾਣੀ ਵਿੱਚੋਂ ਲਏ ਗਏ ਹਨ। ਇਸ ਦੇ ਕਹਾਣੀਕਾਰ ਦਾ ਨਾਮ ਕੇ.ਐਲ. ਗਰਗ ਹੈ ਜੇ ਪੁੱਛਿਆ ਗਿਆ ਹੋਵੇ। ਇਸ ਕਹਾਣੀ ਵਿੱਚ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਲੇਖਕ ਤੇ ਉਸਦੇ ਪੁੱਤਰ ਨੇ ਸ਼ਹੀਦਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ ਹੈ। ਲੇਖਕ ਨੇ ਦੱਸਿਆ ਹੈ ਕਿ ਇਹ ਲੜਾਈ ਆਜ਼ਾਦੀ ਤੋਂ ਸ਼ੁਰੂ ਹੋਈ ਸੀ, ਪਰ ਸਮੇਂ ਦੇ ਨਾਲ-ਨਾਲ ਲੜਨ ਵਾਲਿਆਂ ਦਾ ਨਾਮ ਬਦਲਦਾ ਰਿਹਾ ਹੈ। ਤੁਸੀਂ ਹੁਣ ਕਹਾਣੀ ਪੜ੍ਹੀ ਹੈ ਨਾ ਕਿ ਕਦੀ ਕਾਫਰ, ਕਦੀ ਬਹਾਦਰ, ਕਦੀ ਹੀਰੋ ਤੇ ਕਦੀ ਜ਼ੀਰੋ, ਕਦੀ ਬਹਾਦਰ ਤੇ ਗੁੰਡੇ। ਠੀਕ ਹੈ, ਸੋ ਉਸ ਸੈਂਸ 'ਚ ਮੈਂ ਲਿਖਿਆ ਆ, ਜਿਸ ਕਾਰਨ ਸ਼ਹੀਦਾਂ ਦੀ ਸੂਚੀ ਬਦਲਦੀ ਰਹੀ ਹੈ। ਪਰ ਇਹ ਬਹਾਦਰ ਦੇਸ਼ ਭਗਤ ਸਨ ਜਿਨ੍ਹਾਂ ਨੇ ਦੇਸ਼ ਲਈ ਸ਼ਹਾਦਤ ਪ੍ਰਾਪਤ ਕੀਤੀ ਸੀ ਜਾਂ ਸ਼ਹਾਦਤ ਦਿੱਤੀ ਸੀ। ਉਹ ਹਮੇਸ਼ਾ ਸ਼ਹੀਦਾਂ ਦੀ ਸੂਚੀ ਦੇ ਵਿੱਚ ਗਿਣੇ ਜਾਂਦੇ ਰਹਿਣਗੇ। ਸੋ ਇੱਦਾਂ ਨਾ ਇੱਕ ਜਰਨਲ ਜੀ ਜਿਹੜੀ ਹੈਗੀ ਆ ਇਨਫੋਰਮੇਸ਼ਨ ਇਸ ਕੁਐਸਚਨ ਦੇ ਵਿੱਚ ਦਈ ਦੀ ਹੁੰਦੀ ਹੈ ਕਿ 17 ਜਿਹੜੀਆਂ ਆ ਉਹ ਸ਼ਹੀਦ ਕਹਾਣੀ 'ਚੋਂ ਲਈਆਂ ਗਈਆਂ ਹਨ, ਜਿਹਦੇ ਵਿੱਚ ਸ਼ਹੀਦਾਂ ਬਾਰੇ ਜਿਹੜੀ ਆ ਜਾਣਕਾਰੀ ਦਿੱਤੀ ਗਈ ਹੈ। ਸ਼ਹੀਦਾਂ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਹ ਦੱਸਿਆ ਗਿਆ ਹੈ ਕਿ ਇਹ ਲੜਾਈ ਜਿਹੜੀ ਹੈ ਨਾ ਉਹ ਆਜ਼ਾਦੀ ਤੋਂ, ਦੇਸ਼ ਦੀ ਆਜ਼ਾਦੀ ਤੋਂ ਸ਼ੁਰੂ ਹੋਈ ਸੀ, ਪਰ ਹੌਲੀ-ਹੌਲੀ ਜਿਹੜਾ ਹੈ ਉਹ ਸ਼ਹੀਦਾਂ ਦੇ ਨਾਮ ਤੇ ਸੂਚੀ ਬਦਲਦੀ ਹੀ ਰਹੀ ਹੈ। ਔਰ ਇਸ ਤਰ੍ਹਾਂ ਜਿਹੜਾ ਹੈ ਹੌਲੀ-ਹੌਲੀ ਸ਼ਹੀਦਾਂ ਦੀ ਜਿਹੜੀ ਹੈਗੀ ਆ ਦਰਜੇ ਵੀ ਬਦਲਦੇ ਰਹੇ ਆ। ਸੋ ਇਸ ਸੈਂਸ ਦੇ ਵਿੱਚ ਜਿਹੜਾ ਨਾ ਇੱਕ ਸਿੰਪਲ ਜਰਨਲ ਜੀ ਇਨਫੋਰਮੇਸ਼ਨ ਵਿੱਚ ਤੁਸੀਂ ਦੇਣੀ ਆ। ਦੂਜਾ ਆ, ਕਿਸ ਦਾ ਪੁੱਤਰ ਕਿਸ ਨੂੰ ਸਵਾਲ ਕਰਦਾ ਹੈ? ਕਿਸ ਦਾ ਪੁੱਤਰ? ਲੇਖਕ ਦਾ ਪੁੱਤਰ। ਠੀਕ ਹੈ, ਕਿਸ ਨੂੰ ਸਵਾਲ ਕਰਦਾ ਹੈ? ਲੇਖਕ ਨੂੰ। ਹੁਣ ਤੁਸੀਂ ਨਾਲ ਬੇਟਾ ਇਹ ਦੱਸਣਾ ਆ ਕਿ ਉਹ ਕਿਸ ਤਰ੍ਹਾਂ ਦੇ ਸਵਾਲ ਕਰਦਾ ਹੈ। ਤੁਹਾਡੀ ਕਹਾਣੀ ਦੇ ਨਾ ਫਸਟ ਹੀ ਪੈਰਾਗ੍ਰਾਫ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਆ ਕਿ ਲੇਖਕ ਦਾ ਪੁੱਤਰ ਜਿਹੜਾ ਹੈ ਨਾ ਉਹਦੇ ਕੋਲੋਂ ਅਜੀਬ ਤਰ੍ਹਾਂ ਦੇ ਸਵਾਲ ਪੁੱਛਦਾ ਆ। ਔਰ ਨਾਲ ਤੁਸੀਂ ਇਹ ਦੱਸਣਾ ਆ ਕਿ ਉਹਨੇ ਇਹ ਜਿਹੜੇ ਸਵਾਲ ਹੈ ਨਾ ਉਹਨੂੰ ਪੁੱਛੇ ਕਿਉਂ ਸੀ, ਕਿਉਂ, ਇਹਦਾ ਰੀਜ਼ਨ ਕੀ ਸੀ। ਸੋ ਇਹ 'ਚ ਉਹਨਾਂ ਨੇ ਸਾਫ਼ ਦੱਸਿਆ ਆ ਕਿ ਲੇਖਕ ਦਾ ਪੁੱਤਰ ਉਸ ਤੋਂ ਸਵਾਲ ਪੁੱਛਦਾ ਹੈ ਕਿਉਂਕਿ ਜਿਹੜਾ ਹੈ ਉਹਨੇ ਇਨਕਲਾਬੀਆਂ ਦੀਆਂ ਜੀਵਨੀਆਂ ਪੜ੍ਹ ਲਈਆਂ ਸੀ, ਜਾਂ ਫਿਰ ਉਹਨੇ ਜਿਹੜਾ ਹੈ ਨਾ ਫਾਂਸੀ 'ਤੇ ਲਟਕਦੇ ਹੋਏ ਜਾਂ ਕਹਿ ਲਓ ਕਿ ਤੇਜ਼ਧਾਰ ਹਥਿਆਰਾਂ ਦੇ ਨਾਲ ਜੀਭਾ ਕੀਤੇ, ਗੋਲੀਆਂ ਦੇ ਨਾਲ ਵਿੰਨੇ ਹੋਏ ਕੁਝ ਲੋਕਾਂ ਦੇ ਜਿਹੜੇ ਹੈਗੇ ਨਾ ਅਕਸ ਦੇਖੇ ਸੀ, ਪਰਛਾਵੇਂ ਦੇਖੇ ਸੀ, ਜਿਸ ਕਰਕੇ ਉਹਦੇ ਜ਼ਿਹਨ ਦੇ ਵਿੱਚ ਸ਼ਹੀਦਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਸੀ। ਔਰ ਇਹ ਸਵਾਲ ਜਿਹੜਾ ਹੈ ਉਹ ਆਪਣੇ ਪਿਤਾ ਤੋਂ ਭਾਵ ਲੇਖਕ ਤੋਂ ਪੁੱਛਦਾ ਹੈ। ਠੀਕ ਹੈ,
ਔਰ ਕੁਝ ਸਵਾਲ ਜਿਹੜੇ ਆ ਉਹ ਇਸ ਤਰ੍ਹਾਂ ਦੇ ਆ ਜਿਹੜੇ ਕਿ ਲੇਖਕ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੰਦੇ ਆ ਕਿ ਇਹਨਾਂ ਸਵਾਲਾਂ ਦਾ ਜਿਹੜਾ ਆ ਉਹ ਕੀ ਜਵਾਬ ਹੋਣਾ ਚਾਹੀਦਾ ਆ ਤੇ ਕੀ ਨਹੀਂ ਜਵਾਬ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਜਿਹੜਾ ਹੈ ਨਾ ਤੁਸੀਂ ਦੱਸਣਾ ਆ ਕਿ ਲੇਖਕ ਦੇ ਮੁੰਡੇ ਦੇ ਦਿਮਾਗ ਦੇ ਵਿੱਚ ਜਿਹੜੇ ਨਾ ਇਹ ਸਵਾਲ ਕਿੱਥੋਂ ਪੈਦਾ ਹੋਏ ਸੀ ਜਿਹੜਾ ਉਹਨੇ ਇਹੋ ਜਿਹੇ ਸਵਾਲ ਪੁੱਛਿਆ। ਦੇਖੋ ਰਾਜੇ ਤੁਹਾਡੀ ਨਾ ਬੁੱਕ ਦਾ ਜਿਹੜੀ ਹੈ 67 ਪੇਜ ਨੰਬਰ ਤੇ ਜਿੱਥੇ ਸਟੋਰੀ ਜਿਹੜੀ ਹੈ ਸਟਾਰਟ ਹੀ ਹੁੰਦੀ ਹੈ ਨਾ ਉੱਥੋਂ ਹੀ ਹੈ ਕਿ ਉਹਨੇ ਜਿਹੜਾ ਹੈ ਇਨਕਲਾਬੀਆਂ ਦੀਆਂ ਜੀਵਨੀਆਂ ਪੜ੍ਹੀਆਂ ਸੀਗੀਆਂ। ਠੀਕ ਹੈ, ਆਹ ਗੋਲੀ ਫਾਂਸੀ ਤੇ ਝੂਲਦੇ, ਆਹ ਗੋਲੀਆਂ ਨਾਲ ਵਿੰਨੇ ਤੇਜ਼ਧਾਰ ਹਥਿਆਰਾਂ ਨਾਲ। ਸੋ ਇਹ ਤੁਸੀਂ ਨਾਲ ਲਿਖੋਗੇ ਕਿ ਉਹਦੇ ਜਿਹੜੇ ਆ ਇਹ ਸਾਰੀਆਂ ਚੀਜ਼ਾਂ ਦੇਖ ਕੇ ਉਹਦਾ ਮੁੰਡਾ ਜਿਹੜਾ ਨਾ ਉਹਦੇ ਕੋਲੋਂ ਅਜੀਬ ਅਜੀਬ ਜਿਹੇ ਸਵਾਲ ਪੁੱਛਣ ਲੱਗ ਪਿਆ ਸੀ। ਬੁਝਾਰਤਾਂ, ਫੁੱਲ ਝੜੀਆਂ, ਪਟਾਕਿਆਂ ਤੇ ਬਰਛਿਆਂ ਵਰਗੇ ਸਵਾਲਾਂ ਤੋਂ ਕੀ ਭਾਵ ਹੈ। ਹੁਣ ਇੱਥੇ ਉਹਨਾਂ ਲਿਖਿਆ ਹੈ ਬਰਛਿਆਂ ਵਰਗੇ ਸਵਾਲਾਂ ਤੋਂ ਭਾਵ ਮੁੰਡਾ ਆਪਣੇ ਪਿਤਾ ਨੂੰ ਬਹੁਤ ਹੀ ਗੰਭੀਰ ਤੇ ਗੁੰਝਲਦਾਰ ਸਵਾਲ ਪੁੱਛਦਾ। ਠੀਕ ਹੈ, ਇੰਨਾ ਹੀ ਲਿਖਿਆ। ਪਰ ਜਦੋਂ ਮੈਂ ਤੁਹਾਨੂੰ ਸਟੋਰੀ ਕਰਾਈ ਸੀ ਉਹ 'ਚ ਤਾਂ ਮੈਂ ਸਮਝਾਇਆ ਸੀ ਕਿ ਬੁਝਾਰਤਾਂ ਕੀ ਹੁੰਦੀਆਂ ਨੇ ਜਿਹੜੀਆਂ ਮਨੁੱਖ ਨੂੰ ਸੋਚਣ ਦੇ ਲਈ ਮਜਬੂਰ ਕਰਦੀਆਂ, ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਬੁਝਾਰਤਾਂ ਦੇ ਜਿਹੜੇ ਉੱਤਰ ਆ ਉਹ ਸਹਿਜ ਸੁਭਾਅ ਨਹੀਂ ਹੁੰਦੇ, ਸੌਖੇ ਨਹੀਂ ਲੱਭਦੇ, ਉਹਨਾਂ ਦੇ ਲਈ ਦਿਮਾਗ ਲਗਾਉਣਾ ਪੈਂਦਾ ਆ। ਫੁੱਲ ਝੜੀਆਂ ਮਤਲਬ ਹੌਲੀ ਹੌਲੀ ਚਿੰਗਾਰੀ ਛੱਡਦੀਆਂ। ਪਟਾਕੇ ਤੇ ਜਿਹੜੇ ਪਟਾਕੇ ਆ ਉਹ ਇੱਕਦਮ ਬੰਬ ਵਾਂਗ ਫਟਦੇ ਆ। ਬਰਛੇ ਕੀ ਹੁੰਦੇ ਆ ਜਦੋਂ ਵੱਜਦੇ ਆ ਤੇ ਅੰਦਰ ਤੱਕ ਜ਼ਖਮੀ ਕਰਦੇ ਆ। ਸੋ ਜਿਹੜੇ ਲੇਖਕ ਦੇ ਮੁੰਡੇ ਦੇ ਸਵਾਲ ਹੈ ਨਾ ਉਹ ਬੁਝਾਰਤਾਂ ਵਰਗੀਆਂ ਤੋਂ ਭਾਵ ਹੈ ਕਿ ਲੇਖਕ ਨੂੰ ਸੋਚਣ ਦੇ ਲਈ ਮਜਬੂਰ ਕਰਦੇ ਆ। ਫੁੱਲ ਝੜੀਆਂ ਤੇ ਪਟਾਕਿਆਂ ਵਾਂਗ ਕਿ ਇੱਕਦਮ ਚਿੰਗਾਰੀਆਂ ਛੱਡਦੇ ਤੇ ਬੰਬ ਵਾਂਗ ਫਟਦੇ ਆ, ਉਹਦੇ ਅੰਦਰ ਇੱਕਦਮ ਜਿਹੜੀ ਆ ਨਾ ਕਹਿ ਲਓ ਤਰਥੱਲੀ ਮਚਾਉਂਦੇ ਆ ਔਰ ਲੇਖਕ ਸੋਚਾਂ ਦੇ ਵਿੱਚ ਪੈ ਜਾਂਦਾ ਆ ਕਿ ਉਹ ਕੀ ਜਵਾਬ ਦੇਵੇ। ਤੇ ਉਹਦੇ ਜਿਹੜੇ ਪੁੱਤਰ ਦੇ ਸਵਾਲ ਆ ਉਹਨੂੰ ਅੰਦਰ ਤੱਕ ਜ਼ਖਮੀ ਕਰਦੇ ਆ, ਹਿਲਾ ਕੇ ਰੱਖ ਦਿੰਦੇ ਆ। ਔਰ ਕੁਝ ਸਵਾਲ ਜਿਹੜੇ ਆ ਨਾ ਉਹਨੂੰ ਇੱਦਾਂ ਲੱਗਦੇ ਆ ਕਿ ਹਜੇ ਉਹ ਇਹਨਾਂ ਸਵਾਲਾਂ ਦਾ ਉੱਤਰ ਦੇਣ ਦੇ ਲਈ ਅਸਮਰਥ ਆ, ਅਯੋਗ ਆ। ਇਸ ਕਰਕੇ ਜਿਹੜਾ ਹੈ ਲੇਖਕ ਦਾ ਮੁੰਡਾ ਉਹਦੇ ਕੋਲੋਂ ਬਹੁਤ ਹੀ ਗੁੰਝਲਦਾਰ ਤੇ ਔਖੇ ਸਵਾਲ ਪੁੱਛਦਾ ਆ ਜਿਹਨੂੰ ਲੈ ਕੇ ਲੇਖਕ ਜਿਹੜਾ ਆ ਸੋਚਾਂ ਦੇ ਵਿੱਚ ਪੈ ਜਾਂਦਾ ਆ। ਇੱਦਾਂ ਪੂਰਾ ਐਕਸਪਲੇਨ ਕਰੋਗੇ। ਸਵਾਲ ਪੁੱਛਣ ਵੇਲੇ ਲੇਖਕ ਦਾ ਮੁੰਡਾ ਉਸ ਦੇ ਮੋਢਿਆਂ ਤੇ ਬੈਠਾ ਕਿਉਂ ਪ੍ਰਤੀਤ ਹੁੰਦਾ ਹੈ। ਪਹਿਲਾਂ ਤੁਸੀਂ ਦੱਸੋ ਕਿ ਮੋਢਿਆਂ ਤੇ ਬੈਠਾ ਪ੍ਰਤੀਤ ਹੋਣਾ ਤੋਂ ਭਾਵ ਹੈ ਜ਼ਿਆਦਾ ਸਿਆਣੇ ਹੋਣਾ। ਠੀਕ ਹੈ, ਹੁਣ ਇਹਦੇ ਵਿੱਚ ਜਿਹੜਾ ਆ ਲੇਖਕ ਨੂੰ ਇਸ ਕਰਕੇ ਲੱਗਦਾ ਸੀ ਕਿ ਮੁੰਡਾ ਜਿਹੜਾ ਆ ਉਹਦੇ ਮੋਢਿਆਂ ਤੇ ਬੈਠਾ ਆ ਕਿਉਂਕਿ ਉਹਦਾ ਮੁੰਡਾ ਜਿਹੜਾ ਆ ਨਾ ਉਹ ਉਮਰ ਤੋਂ ਪਹਿਲਾਂ ਜ਼ਿਆਦਾ ਸਿਆਣਾ ਹੋ ਗਿਆ ਸੀ। ਔਰ ਉਹਨੂੰ ਇੱਦਾਂ ਲੱਗਦਾ ਸੀ, ਲੇਖਕ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਹੜਾ ਉਹਦਾ ਮੁੰਡਾ ਉਹਦੇ ਕੋਲੋਂ ਇਸ ਤਰ੍ਹਾਂ ਦੇ ਗੁੰਝਲਦਾਰ ਤੇ ਔਖੇ ਸਵਾਲ ਪੁੱਛਦਾ ਹੈ ਨਾ ਉਹਦੇ ਸਾਹਮਣੇ ਉਹਦਾ ਮੁੰਡਾ ਜਿਹੜਾ ਆ ਉਹਦੇ ਨਾਲੋਂ ਵੱਡਾ ਆ ਤੇ ਉਹਦਾ ਜਿਹੜਾ ਵਡੱਪਨ ਹੈ ਮਤਲਬ ਉਹਦੀ ਲੇਖਕ ਦੀ ਜਿਹੜੀ ਸਿਆਣਪ ਹੈ ਨਾ ਆਪਣੇ ਪੁੱਤਰ ਦੇ ਸਾਹਮਣੇ ਕਿਤੇ ਗਵਾਚ ਹੀ ਜਾਂਦੀ ਸੀ। ਆਮ ਕਰਕੇ ਕਹਿੰਦੇ ਆ ਕਿ ਵੱਡਿਆਂ ਕੋਲ ਜਿਹੜਾ ਹੈ ਨਾ ਉਹ ਜ਼ਿਆਦਾ ਤਜਰਬਾ ਹੁੰਦਾ ਆ, ਵੱਡਿਆਂ ਕੋਲ ਜ਼ਿਆਦਾ ਸਿਆਣਪ ਹੁੰਦੀ ਹੈ। ਪਰ ਲੇਖਕ ਦਾ ਜਿਹੜਾ ਮੁੰਡਾ ਸੀ ਨਾ ਉਹਦੇ ਸਵਾਲ ਇਸ ਤਰ੍ਹਾਂ ਦੇ ਸੀ ਜਿਹੜੇ ਕਿ ਲੇਖਕ ਨੂੰ ਆਪਣੇ ਪੁੱਤਰ ਦੇ ਸਾਹਮਣੇ ਛੋਟਾ ਪਾ ਦਿੰਦੇ ਸੀ, ਨੀਵਾਂ ਕਰ ਦਿੰਦੇ ਸੀ। ਉਹਦੀ ਸਿਆਣਪ ਕਿਤੇ ਛੁਈ ਮੁਈ ਹੋ ਜਾਂਦੀ ਸੀ, ਗਵਾਚ ਜਾਂਦੀ ਸੀ। ਇਸ ਕਰਕੇ ਲੇਖਕ ਨੂੰ ਲੱਗਦਾ ਸੀ ਕਿ ਉਹਦੇ ਪੁੱਤਰ ਦੇ ਜਿਹੜੇ ਔਖੇ ਤੇ ਗੁੰਝਲਦਾਰ ਸਵਾਲ ਹੈ ਨਾ ਉਹਦੇ ਕਰਕੇ ਉਹਦਾ ਮੁੰਡਾ ਜਿਹੜਾ ਆ ਉਹ ਜ਼ਿਆਦਾ ਸਿਆਣਾ ਆ ਤੇ ਉਹਦੇ ਮੋਢਿਆਂ ਤੇ ਬੈਠਾ ਆ। ਅੱਗੇ ਦੇਖੋ ਦੂਜਾ ਕੁਐਸਚਨ। ਉਹਦੀ ਘਰ ਵਾਲੀ ਮੁਹੱਲੇ ਦੀਆਂ ਤੀਵੀਆਂ ਨੂੰ ਦੱਸ ਰਹੀ ਸੀ ਬਈ ਉਹ ਜਿੰਨਾ ਚਿਰ ਜਿਉਂਦਾ ਰਿਹਾ ਬਿਮਾਰੀ, ਗਰੀਬੀ, ਭੁੱਖ ਨਾਲ ਘੁਲਦਾ ਰਿਹਾ, ਅਖੀਰ ਮੁੱਕ ਗਿਆ ਲੜਦਾ ਲੜਦਾ। ਮੁੰਡੇ ਨੇ ਬੜੀ ਗੰਭੀਰਤਾ ਦੇ ਨਾਲ ਕਿਹਾ। ਇਹ ਸ਼ਬਦ ਕਿਸ ਨੇ ਕਿਸ ਨੂੰ ਆਖੇ? ਇਹ ਸ਼ਬਦ ਕਿਹਨੇ ਕਹੇ ਆ? ਲੇਖਕ ਦੇ ਪੁੱਤਰ ਨੇ ਲੇਖਕ ਨੂੰ ਕਹੇ ਆ। ਇੱਥੇ ਰਾਜੇ ਤੁਸੀਂ ਨਾਲ ਇਹ ਦੱਸਣਾ ਆ ਕਿ ਇਹ ਸ਼ਬਦ ਲੇਖਕ ਦੇ ਪੁੱਤਰ ਨੇ ਲੇਖਕ ਨੂੰ ਉਦੋਂ ਕਹੇ ਸੀ ਜਦੋਂ ਉਹਨਾਂ ਦਾ ਗੁਆਂਢੀ ਲੰਬੀ ਬਿਮਾਰੀ ਕਾਰਨ ਜਿਹੜਾ ਆ ਉਹ ਮਰ ਗਿਆ ਸੀ। ਉਹ ਗਰੀਬੀ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਸੀ, ਗਰੀਬੀ ਤੇ ਭੁੱਖਮਰੀ ਕਾਰਨ ਅਖੀਰ ਜਿਹੜਾ ਸੀ ਉਹ ਲੰਬੀ ਬਿਮਾਰੀ ਕਾਰਨ ਲੜਦਾ ਲੜਦਾ ਮਰ ਗਿਆ। ਔਰ ਉਸ ਸਮੇਂ ਜਿਹੜਾ ਲੇਖਕ ਦਾ ਪੁੱਤਰ ਆ ਛੋਟਾ ਜਿਹਾ ਜਿਹਦੇ ਜ਼ਿਹਨ ਦੇ ਵਿੱਚ ਇਹ ਗੱਲ ਬੈਠ ਗਈ ਸੀ ਕਿ ਜਿਹੜਾ ਲੜਦਾ ਲੜਦਾ ਅਖੀਰ ਮਰੇਗਾ ਨਾ ਉਹ ਸ਼ਹੀਦ ਅਖਵਾਏਗਾ। ਸੋ ਇਸ ਕਰਕੇ ਜਿਹੜਾ ਹੈ
ਲੇਖਕ ਦੇ ਮੁੰਡੇ ਨੇ ਜਦੋਂ ਇਹ ਸੁਣਿਆ ਸੀ ਨਾ ਉਹਦੇ ਗੁਆਂਢੀ ਰਾਮ ਲਾਲ ਦੀ ਪਤਨੀ ਦੇ ਮੂੰਹੋਂ ਕਿ ਉਹ ਲੜਦਾ ਲੜਦਾ ਮਰ ਗਿਆ, ਤਾਂ ਉਸ ਸਮੇਂ ਉਹਦੇ ਜ਼ਿਹਨ ਦੇ ਵਿੱਚ ਇਹੀ ਸਵਾਲ ਆਇਆ ਸੀ ਕਿ ਸ਼ਾਇਦ ਉਹਦਾ ਜਿਹੜਾ ਗੁਆਂਢੀ ਹੈ ਉਹ ਸ਼ਹੀਦ ਹੋ ਗਿਆ। ਉਸ ਸਮੇਂ ਜਿਹੜਾ ਹੈ ਇਹ ਸ਼ਬਦ ਲੇਖਕ ਦਾ ਮੁੰਡਾ ਆਪਣੇ ਪਿਤਾ ਨੂੰ ਆਖਦਾ ਹੈ। ਲੇਖਕ ਇੱਥੇ ਕਿਸ ਇਨਸਾਨੀਅਤ ਦੀ ਗੱਲ ਕਰ ਰਿਹਾ ਹੈ? ਲੇਖਕ ਇੱਥੇ ਸਾਂਝੀ ਇਨਸਾਨੀਅਤ, ਬੇਟੇ ਜਦੋਂ ਤੁਸੀਂ ਸਾਂਝੀ ਇਨਸਾਨੀਅਤ ਲਿਖਣਾ ਨਾ, ਨਾਲ ਲਿਖਣਾ ਆ ਸਾਂਝੀ ਇਨਸਾਨੀਅਤ ਦਾ ਭਾਵ ਕੀ ਲਿਖਣਾ ਹੈ? ਮਨੁੱਖਤਾ ਦੀ ਭਲਾਈ ਦਾ ਜਿਹੜਾ ਹੈ ਨਾ ਕੰਮ ਕਰ ਰਿਹਾ ਆ। ਇਨਸਾਨੀਅਤ ਮਤਲਬ ਹਿਊਮੈਨਿਟੀ, ਜਿਹਦੇ ਵਿੱਚ ਸਾਰੀ ਮਨੁੱਖਤਾ ਦੀ ਭਲਾਈ ਹੋਵੇ ਨਾ, ਉਸ ਇਨਸਾਨੀਅਤ ਦੀ ਗੱਲ ਕੀਤੀ ਗਈ ਆ। ਹੁਣ ਇਹਦੇ ਵਿੱਚ ਸਾਂਝੀ ਇਨਸਾਨੀਅਤ ਕੀ ਹੈ? ਸਾਰੀ ਮਨੁੱਖਤਾ ਦੀ ਭਲਾਈ ਕਿਸ ਵਿੱਚ ਹੈ? ਜਿਹਦੇ ਵਿੱਚ ਸਾਡੇ ਸਮੁੱਚੇ ਸੰਸਾਰ ਦੇ ਵਿੱਚ ਜਿਹੜੀਆਂ ਕਹਿ ਲਓ ਬੁਰਾਈਆਂ ਨਾ, ਗਰੀਬੀ, ਬਿਮਾਰੀ ਤੇ ਭੁੱਖਮਰੀ, ਜਿਹੜੇ ਲੋਕ ਇਹਨਾਂ ਦੇ ਨਾਲ ਜੂਝ ਰਹੇ ਆ, ਇਹਨਾਂ ਤਿੰਨਾਂ ਚੀਜ਼ਾਂ ਦਾ ਮੁਕਾਬਲਾ ਕਰ ਰਹੇ ਆ ਨਾ, ਉਹਨਾਂ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਛੁਟਕਾਰਾ ਦਿਲਾਇਆ ਜਾਵੇ। ਔਰ ਜਿਹੜੇ ਲੋਕ ਇਹਨਾਂ ਕਹਿ ਲਓ ਸਮੱਸਿਆਵਾਂ ਦੇ ਖਿਲਾਫ ਖੜਨਗੇ ਜਾਂ ਇਹਨਾਂ ਦਾ ਮੁਕਾਬਲਾ ਕਰਨਗੇ ਨਾ, ਜਿਹੜੇ ਇਸ ਲੜਾਈ ਦੇ ਵਿੱਚ ਸ਼ਾਮਿਲ ਹੋਣਗੇ ਉਹ ਇਨਕਲਾਬੀ ਬਣ ਜਾਣਗੇ। ਔਰ ਜਿਹੜੇ ਇਸ ਲੜਾਈ ਦੇ ਵਿੱਚ ਅਖੀਰ ਲੜਦੇ ਲੜਦੇ ਮਰਨਗੇ ਉਹ ਕੀ ਹੋਣਗੇ? ਸ਼ਹੀਦ ਅਖਵਾਣਗੇ। ਸੋ ਇੱਥੇ ਇਨਸਾਨੀਅਤ ਦਾ ਭਾਵ ਸਾਰੀ ਮਨੁੱਖਤਾ ਦੀ ਭਲਾਈ ਆ, ਜਿਹਦੇ ਵਿੱਚ ਇਹਨਾਂ ਲੋਕਾਂ ਨੂੰ ਇਸ ਬਿਮਾਰੀ ਦੇ ਵਿੱਚੋਂ, ਭਾਵ ਇਸ ਸਮੱਸਿਆ ਵਿੱਚੋਂ ਬਾਹਰ ਕੱਢਿਆ ਜਾ ਸਕੇ। ਗਵਾਂਢ ਵਿੱਚ ਕੌਣ ਮਰ ਗਿਆ ਸੀ? ਗਵਾਂਢ, ਇੱਥੇ ਲੇਖਕ ਦੇ ਗੁਆਂਢੀ ਦੀ ਗੱਲ ਕੀਤੀ ਹੈ। ਗਵਾਂਢ ਦੇ ਵਿੱਚ ਲੇਖਕ ਦਾ ਗੁਆਂਢੀ ਰਾਮ ਲਾਲ ਮਰ ਗਿਆ ਸੀ। ਨਾਲ ਤੁਸੀਂ ਇਹ ਦੱਸਣਾ ਹੈ ਕਿ ਉਹ ਬੇਟੇ ਕਿਵੇਂ ਮਰਿਆ ਸੀ, ਕਿ ਉਹ ਜਿਹੜਾ ਹੈ ਉਹ ਗਰੀਬੀ, ਭੁੱਖਮਰੀ ਦੇ ਨਾਲ ਜਿਹੜਾ ਹੈ ਤੇ ਅਖੀਰ ਬਿਮਾਰੀ ਦੇ ਨਾਲ ਲੜਦਾ ਲੜਦਾ ਅਖੀਰ ਮੁੱਕ ਗਿਆ ਸੀ, ਮਰ ਗਿਆ ਸੀ। ਔਰ ਲੇਖਕ ਦੇ ਪੁੱਤਰ ਦੇ ਜ਼ਿਹਨ ਦੇ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਉਹਦਾ ਗੁਆਂਢੀ ਜਿਹੜਾ ਹੈ ਉਹ ਮਰਿਆ ਨਹੀਂ ਬਲਕਿ ਸ਼ਹੀਦ ਹੀ ਹੋਇਆ ਹੈ, ਕਿਉਂਕਿ ਲੇਖਕ ਨੇ ਉਹਨੂੰ ਇਹ ਗੱਲ ਕਹੀ ਸੀ ਕਿ ਜਿਹੜੇ ਸਾਂਝੇ ਸ਼ਹੀਦ ਪੈਦਾ ਕਰਨ ਦੇ ਲਈ ਹਜੇ ਅਸੀਂ ਇੱਕ ਲੰਬੀ ਲੜਾਈ ਲੜਨੀ ਆ। ਇਸ ਕਰਕੇ ਉਹਨੂੰ ਇਹ ਲੱਗਦਾ ਸੀ ਕਿ ਉਹਦਾ ਜਿਹੜਾ ਮੁੰਡਾ ਹੈ, ਲੇਖਕ ਦਾ ਮੁੰਡਾ ਜਿਹੜਾ ਹੈ, ਉਹਨੂੰ ਇਹ ਲੱਗ ਰਿਹਾ ਸੀ ਕਿ ਉਹਨਾਂ ਦਾ ਗੁਆਂਢੀ ਜਿਹੜਾ ਹੈ ਨਾ, ਇਹ ਇੱਕ ਲੰਬੀ ਲੜਾਈ ਲੜਦਾ ਲੜਦਾ ਮਰਿਆ ਆ, ਗਰੀਬੀ ਨਾਲ, ਭੁੱਖਮਰੀ ਨਾਲ ਤੇ ਬਿਮਾਰੀ ਨਾਲ। ਇਸ ਕਰਕੇ ਉਹ ਕੀ ਹੋ ਗਿਆ? ਸ਼ਹੀਦ ਹੋ ਗਿਆ। ਪਰ ਅਸਲ ਦੇ ਵਿੱਚ ਜਿਹੜਾ ਹੈ ਉਹ ਮਰ ਗਿਆ ਸੀ ਇਹਨਾਂ ਸਮੱਸਿਆਵਾਂ ਦੇ ਨਾਲ ਜੂਝਦਾ ਜੂਝਦਾ। ਅਸਲ ਸ਼ਹੀਦ ਕੌਣ ਹੈ? ਕਹਾਣੀ ਸ਼ਹੀਦ ਦੇ ਨਿਚੋੜ ਹੁੰਦਾ ਸਾਰਾਂਸ਼, ਸਿੱਟਾ, ਜੋ ਅਸੀਂ ਅਖੀਰ ਤੇ ਕਨਕਲੂਜਨ ਕੱਢਿਆ। ਸਮੁੱਚੇ ਸੰਸਾਰ ਦੀਆਂ ਬੁਰਾਈਆਂ, ਪੂਰੇ ਸੰਸਾਰ ਦੇ ਵਿੱਚ ਕਿਹੜੀ ਬਿਮਾਰੀ ਹੈ? ਗਰੀਬੀ, ਭੁੱਖਮਰੀ ਜਾਂ ਬਿਮਾਰੀ। ਹੁਣ ਇਹ 'ਚ ਕਿਉਂ ਇਹ ਬੇਟਾ ਸਾਰੀਆਂ ਬਿਮਾਰੀਆਂ ਦੀ ਜੜ੍ਹ ਆ? ਕਿਉਂ? ਕਿਉਂਕਿ ਤੁਹਾਨੂੰ ਪਤਾ ਕਿ ਜਿਹੜੀ ਗਰੀਬੀ ਹੈ ਨਾ, ਉਹ ਅੱਗੋਂ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਆ। ਗਰੀਬੀ ਜਿਹੜੀ ਹੈ ਨਾ, ਉਹਦੇ ਕਰਕੇ ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ, ਔਰ ਜਿਹੜੀ ਆ ਬਿਮਾਰੀ, ਇੱਕ ਬਿਮਾਰੀ ਦੂਜੀ ਬਿਮਾਰੀ ਨੂੰ ਜਨਮ ਦਿੰਦੀ ਹੈ। ਸੋ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਨਾ, ਉਹ ਬਿਮਾਰੀਆਂ ਦੀ ਜੜ੍ਹ ਆ, ਅੱਗੋਂ ਸਮੱਸਿਆਵਾਂ ਦੀ ਜੜ੍ਹ ਆ। ਇਸ ਕਰਕੇ ਇਹਨਾਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਲਈ ਜਿਹੜੇ ਲੋਕ ਅੱਗੇ ਆਉਣਗੇ, ਜਿਹੜੇ ਆ ਆਪਣੀ ਜਾਨ ਦੀ ਕੁਰਬਾਨੀ ਦੇਣਗੇ ਨਾ, ਉਹ ਅਸਲ ਮਾਇਨੇ ਦੇ ਵਿੱਚ ਸ਼ਹੀਦ ਅਖਵਾਣਗੇ। ਔਰ ਨਾਲ ਤੁਸੀਂ ਇਹ ਵੀ ਲਿਖ ਦੇਣਾ ਹੈ ਕਿ ਅਸਲ ਮਾਇਨੇ ਦੇ ਵਿੱਚ ਨਾ ਇਹ ਇੱਕ ਅਮੁੱਕ ਲੜਾਈ ਹੈ, ਕਦੇ ਨਾ ਖਤਮ ਹੋਣ ਵਾਲੀ ਹੈ, ਕਿਉਂਕਿ ਜਦੋਂ ਤੱਕ ਇਹ ਸਮੱਸਿਆਵਾਂ ਮੁੱਢੋਂ ਖਤਮ ਨਹੀਂ ਹੁੰਦੀਆਂ ਨਾ, ਸ਼ੁਰੂ ਤੋਂ, ਉਦੋਂ ਤੱਕ ਇਹ ਸਮੱਸਿਆਵਾਂ ਜਿਹੜੀਆਂ ਆ, ਉਦੋਂ ਤੱਕ ਸਾਡੇ ਸਾਂਝੇ ਸ਼ਹੀਦ ਪੈਦਾ ਕਰਨ ਵਾਲੀ ਲੜਾਈ ਜਿਹੜੀ ਹੈ ਉਹ ਖਤਮ ਨਹੀਂ ਹੋ ਸਕਦੀ। ਠੀਕ ਹੈ, ਇੱਦਾਂ ਇਹਨੂੰ ਤੁਸੀਂ ਨਾਲ ਐਕਸਪਲੇਨ ਕਰੋਗੇ। ਅੱਗੇ ਹੈ ਤੁਹਾਡਾ ਅਨਸੋਲਵਡ ਥਰਡ ਪੈਰਾਗ੍ਰਾਫ। ਸਾਂਝੇ ਕਾਰਜਾਂ ਲਈ ਮਰਨਾ, ਨਿਤਾਣਿਆਂ ਅਤੇ ਨਿਥਾਵਿਆਂ ਲਈ ਮਰਨ ਵਾਲੇ ਸ਼ਹੀਦ ਹੁੰਦੇ ਹਨ। ਫਾਂਸੀ ਦੇ ਰੱਸੇ ਚੁੰਮਣ ਵਾਲੇ ਮਰਜੀਵੜੇ ਹੁੰਦੇ ਨੇ ਮੇਰੇ ਬੇਟੇ। ਸੋ ਇਹਦੇ 'ਚ ਨਾ ਤੁਹਾਡਾ ਬੇਟਾ ਫਸਟ ਕੁਐਸਚਨ ਹੈ, ਇਹ ਸ਼ਬਦ ਕਿਸ ਕਹਾਣੀ ਵਿੱਚੋਂ ਲਏ ਗਏ ਹਨ? ਕਹਾਣੀਕਾਰ ਦਾ ਨਾਮ ਵੀ ਦੱਸੋ। ਸੋ ਇਹ ਕੁਐਸਚਨ ਬੇਟਾ ਤੁਹਾਨੂੰ ਮੈਂ ਪੜ੍ਹ ਕੇ ਸੁਣਾਇਆ ਸੀ ਪਹਿਲਾਂ ਵੀ, ਕਿ ਇਹ ਸੇਮ ਹੀ ਤੁਸੀਂ ਟੌਪਿਕ ਲਿਖਣਾ ਆ। ਜਿਹੜਾ ਵੀ ਇਹ ਸ਼ਬਦ ਸ਼ਹੀਦ ਕਹਾਣੀ 'ਚੋਂ ਲਏ ਗਏ ਹਨ,
ਕਹਾਣੀਕਾਰ ਦਾ ਨਾਮ KL ਗਰਗ ਹੈ। ਇਹ 'ਚ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਦਾ ਲੇਖਕ ਦਾ ਪੁੱਤਰ ਉਹਦੇ ਕੋਲ ਸ਼ਹੀਦਾਂ ਨੂੰ ਲੈ ਕੇ ਅਲੱਗ-ਅਲੱਗ ਤਰੀਕੇ ਦੇ ਨਾਲ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ ਹੈ। ਔਰ ਲੇਖਕ ਨੇ ਦੱਸਿਆ ਆ ਕਿ ਇਹ ਲੜਾਈ ਆਜ਼ਾਦੀ ਤੋਂ ਸ਼ੁਰੂ ਹੋਈ ਤੇ ਸਮੇਂ ਦੇ ਨਾਲ ਨਾਲ ਜਿਹੜੀ ਆ ਲੜਨ ਵਾਲਿਆਂ ਦਾ ਨਾਮ ਬਦਲਦਾ ਰਿਹਾ, ਉਹਨਾਂ ਦੀ ਸੂਚੀ ਵੀ ਬਦਲਦੀ ਰਹੀ ਹੈ। ਪਰ ਇਹ ਜਿਹੜੇ ਨਾ ਬਹਾਦਰ ਦੇਸ਼ ਭਗਤ ਸਨ ਜਿਨ੍ਹਾਂ ਨੇ ਦੇਸ਼ ਲਈ ਸ਼ਹਾਦਤ ਦਿੱਤੀ, ਉਹ ਹਮੇਸ਼ਾ ਜਿਹੜੇ ਆ ਸ਼ਹੀਦਾਂ ਦੀ ਸੂਚੀ ਦੇ ਵਿੱਚ ਗਿਣੇ ਜਾਂਦੇ ਰਹਿਣਗੇ। ਠੀਕ ਹੈ, ਸੋ ਇੱਦਾਂ ਇਹ ਤਾਂ ਇੱਕ ਜਰਨਲ ਜੀ ਇਨਫੋਰਮੇਸ਼ਨ ਆ। ਜਦੋਂ ਕੁਝ ਵੀ ਨਾ ਪੁੱਛਿਆ ਗਿਆ ਹੋਵੇ ਤਾਂ ਫਿਰ ਨਾਲ ਤੁਸੀਂ ਇਸ ਤਰ੍ਹਾਂ ਲਿਖ ਦੇਣਾ। ਹੁਣ ਦੂਸਰਾ ਇਹ 'ਚ ਬੇਟਾ ਸਾਨੂੰ ਕੁਐਸਚਨ ਜਿਹੜਾ ਸਾਨੂੰ ਵਰਕਬੁੱਕ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਹੈ ਨਾ, ਉਹ ਉਹਨਾਂ ਨੇ ਪੁੱਛਿਆ ਆ ਸੈਕਿੰਡ ਵਨ ਕਿ ਇਹ ਸ਼ਬਦ ਕਿਸ ਨੇ ਕਿਸ ਨੂੰ ਤੇ ਕਿਉਂ ਕਹੇ। ਠੀਕ ਹੈ, ਉਹਦਾ ਤੁਸੀਂ ਲਿਖਣਾ ਆ ਕਿ ਇਹ ਸ਼ਬਦ ਲੇਖਕ ਨੇ ਆਪਣੇ ਪੁੱਤਰ ਨੂੰ ਕਹੇ। ਕਿਉਂ? ਕਿਉਂਕਿ ਲੇਖਕ ਦਾ ਪੁੱਤਰ ਉਸ ਤੋਂ ਅਜੀਬ ਸਵਾਲ ਪੁੱਛ ਰਿਹਾ ਸੀ। ਲੇਖਕ ਨੂੰ ਇਹ ਲੱਗਦਾ ਹੈ ਕਿ ਉਸਦੇ ਪੁੱਤਰ ਨੇ ਕਿਤੇ ਇਨਕਲਾਬੀਆਂ ਦੀਆਂ ਜੀਵਨੀਆਂ ਸੁਣੀਆਂ ਹੋਣਗੀਆਂ, ਗੋਲੀਆਂ ਦੇ ਨਾਲ ਵਿੰਨੇ, ਤੇਜ਼ ਹਥਿਆਰਾਂ ਨਾਲ ਜ਼ਖਮੀ ਕੀਤੇ ਮੋਏ ਲੋਕਾਂ ਦੇ ਜਿਹੜੇ ਨਾ ਅਕਸ ਕਹਿੰਦੇ ਪਰਛਾਵੇਂ ਨੂੰ ਦੇਖ ਲਏ ਹੋਣਗੇ। ਇਸ ਲਈ ਉਸ ਦੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਹਨ। ਕਈ ਸਵਾਲ ਤਾਂ ਇੱਦਾਂ ਦੇ ਹੁੰਦੇ ਹਨ ਕਿ ਉਹ ਉਸਦੇ ਅੰਦਰ ਘੁੱਪ ਹਨੇਰੇ ਲਈ ਮਸ਼ਾਲ ਵਾਂਗ ਕੰਮ ਕਰਦੇ ਹਨ। ਘੁੱਪ ਹਨੇਰੇ ਦਾ ਮਤਲਬ ਹੁੰਦਾ ਬੇਟਾ ਜਿਸ ਚੀਜ਼ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਨਾ ਹੋਵੇ, ਮਤਲਬ ਤੁਹਾਡੇ ਅੰਦਰ ਉਹਦੇ ਪ੍ਰਤੀ ਹਨੇਰਾ ਹੀ ਹੈ, ਤੁਹਾਨੂੰ ਕੋਈ ਨੌਲੇਜ ਨਹੀਂ ਹੈਗੀ। ਪਰ ਜੇਕਰ ਤੁਹਾਨੂੰ ਕੋਈ ਬੰਦਾ ਉਸ ਬਾਰੇ ਕੋਈ ਸਵਾਲ ਪੁੱਛਦਾ ਹੈ ਨਾ ਤਾਂ ਤੁਹਾਡੇ ਅੰਦਰ ਇੱਕਦਮ ਰੌਸ਼ਨੀ ਹੁੰਦੀ ਆ, ਭਾਵ ਤੁਹਾਡਾ ਦਿਮਾਗ ਇੱਕ ਪਾਸੇ ਉਸ ਵੱਲ ਸੋਚਣ ਦੇ ਲਈ ਜਿਹੜਾ ਆ ਮਜਬੂਰ ਹੋ ਜਾਂਦਾ ਹੈ। ਸੋ ਇਸੇ ਕਰਕੇ ਲੇਖਕ ਦੇ ਪੁੱਤਰ ਦੇ ਜਿਹੜੇ ਸਵਾਲ ਸੀਗੇ ਨਾ, ਉਹ ਲੇਖਕ ਦੇ ਅੰਦਰਲੇ ਘੁੱਪ ਹਨੇਰੇ, ਭਾਵ ਜਿਹਦੇ ਬਾਰੇ ਲੇਖਕ ਨੂੰ ਕੋਈ ਜਾਣਕਾਰੀ ਨਹੀਂ ਸੀ ਪਰ ਉਹਦੇ ਅੰਦਰ ਮਸ਼ਾਲ ਦੇ ਵਾਂਗ ਕੰਮ ਕਰਦੇ ਸੀ, ਭਾਵ ਉਹਨੂੰ ਸੋਚਣ ਦੇ ਲਈ ਮਜਬੂਰ ਕਰਦੇ ਸੀ ਕਿ ਉਹ ਆਪਣੇ ਪੁੱਤਰ ਦੇ ਸਵਾਲਾਂ ਦਾ ਕੀ ਜਵਾਬ ਦੇਵੇ। ਉਸ ਦੇ ਅੰਦਰ ਕਈ ਤਰ੍ਹਾਂ ਦੇ ਖਿਆਲ ਚੱਪ ਕਰਨ ਲੱਗ ਪੈਂਦੇ ਸਨ। ਚੱਪ ਹੁੰਦੇ ਆ ਕਿ ਕਈ ਤਰ੍ਹਾਂ ਦੇ ਵਿਚਾਰ ਉਹਦੇ ਦਿਮਾਗ ਦੇ ਵਿੱਚ ਆਉਂਦੇ ਸੀ ਕਿ ਉਹ ਆਪਣੇ ਪੁੱਤਰ ਦੇ ਸਵਾਲ ਦਾ ਕੀ ਜਵਾਬ ਦੇਵੇ, ਇਹ ਦੇਵੇ ਕਿ ਇਹ ਦੇਵੇ, ਇਹ ਦੇਵੇ ਕਿ ਇਹ ਦੇਵੇ। ਸੋ ਜਗਦੇ ਬੁੱਝਦੇ ਸੀ, ਖਿਆਲ ਆਉਂਦੇ ਸੀ ਜਾਂਦੇ ਸੀ, ਖਿਆਲ ਆਉਂਦੇ ਸੀ ਜਾਂਦੇ ਸੀ। ਉਸ ਨੂੰ ਇੰਜ ਲੱਗਦਾ ਹੈ ਜਿਵੇਂ ਉਸਦਾ ਦਿਮਾਗ ਨਦੀ ਦੀ ਝਾਲ ਵਿੱਚ ਘੁੰਮ ਰਹੀ ਲਾਸ਼ ਦੇ ਵਾਂਗ ਬਿਲਕੁਲ ਨਿਰਉਦੇਸ਼ ਘੁੰਮ ਰਿਹਾ ਹੋਵੇ। ਹੁਣ ਤੁਸੀਂ ਪਾਣੀ ਦੇ ਵਿੱਚ ਕੋਈ ਲਾਸ਼ ਛੱਡ ਦਿਓ ਤਾਂ ਉਹਨੂੰ ਪਤਾ ਥੋੜ੍ਹੀ ਹੁੰਦਾ ਉਹਨੇ ਕਿਹੜੇ ਪਾਸੇ ਜਾਣਾ ਹੈ, ਉਹ ਐਵੇਂ ਘੁੰਮਦੀ ਰਹਿੰਦੀ, ਐਵੇਂ ਪਾਣੀ 'ਚ ਗੇੜੇ ਲਾਉਂਦੀ ਰਹਿੰਦੀ ਆ। ਇਸੇ ਤਰ੍ਹਾਂ ਲੇਖਕ ਦਾ ਵੀ ਜਿਹੜਾ ਦਿਮਾਗ ਹੈ ਨਾ, ਉਹ ਲਗਾਤਾਰ ਸਵਾਲਾਂ ਦੀ ਲੜੀ ਦੇ ਵਿੱਚ ਘੁੰਮਦਾ ਸੀ। ਉਹਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਕੀ ਜਵਾਬ ਦੇਵੇ ਤੇ ਕੀ ਨਾ ਦੇਵੇ। ਇਸ ਲਈ ਲੇਖਕ ਆਪਣੇ ਪੁੱਤਰ ਨੂੰ ਸਮਝਾਉਂਦਾ ਹੋਇਆ ਇਹ ਸ਼ਬਦ ਆਖਦਾ ਆ। ਤੀਸਰਾ ਕੁਐਸਚਨ ਹੈ ਬੇਟਾ ਤੁਹਾਡੇ ਇਸੇ ਪੈਰਾਗ੍ਰਾਫ ਦਾ, ਨਿਤਾਣਿਆਂ ਅਤੇ ਨਿਥਾਵਿਆਂ ਲਈ ਮਰਨ ਵਾਲੇ ਸ਼ਹੀਦ ਹੁੰਦੇ ਹਨ ਤੋਂ ਕੀ ਭਾਵ ਹੈ? ਕਹਾਣੀ ਤੋਂ ਬਾਹਰਲੀਆਂ ਉਦਾਹਰਨਾਂ ਦੇ ਕੇ ਸਮਝਾਓ। ਸੋ ਬੇਟੇ ਇਹਦੇ 'ਚ ਤੁਸੀਂ ਕੀ ਲਿਖਣਾ ਆ ਜਿਹੜਾ ਹੈ ਆਨਸਰ। ਸਭ ਤੋਂ ਪਹਿਲਾਂ ਇਹਦਾ ਮੀਨਿੰਗ ਦੱਸੋਗੇ। ਕਮਜ਼ੋਰ ਤੇ ਬੇਆਸਰੇ ਲੋਕ ਜੋ ਬੁਰਾਈ ਦੇ ਵਿਰੁੱਧ ਤੇ ਵਿਰੋਧੀ ਤਾਕਤਾਂ ਦਾ ਟਾਕਰਾ ਕਰਨ ਤੋਂ ਡਰਦੇ ਸਨ, ਅਸਲ ਵਿੱਚ ਇਹਨਾਂ ਲੋਕਾਂ ਦਾ ਕੋਈ ਵੀ ਸਹਾਰਾ ਨਹੀਂ ਸੀ। ਮਤਲਬ ਜਿਹੜੇ ਕਮਜ਼ੋਰ ਲੋਕ ਸੀਗੇ ਨਾ, ਜਿਹੜੇ ਬੇਆਸਰੇ ਲੋਕ ਸੀ, ਉਹਨਾਂ ਦਾ ਕੋਈ ਸਹਾਰਾ ਨਹੀਂ ਸੀ, ਉਹਨਾਂ ਦੀ ਕੋਈ ਮਦਦ ਕਰਨ ਵਾਲਾ ਨਹੀਂ ਸੀ। ਅਖੀਰ ਦੇਸ਼ ਭਗਤਾਂ ਨੇ ਇਹਨਾਂ ਕਮਜ਼ੋਰ ਤੇ ਬੇਆਸਰੇ ਲੋਕਾਂ ਦੇ ਲਈ ਜਿਹੜਾ ਹੈ ਕਦਮ ਚੁੱਕਿਆ। ਜਿੱਦਾਂ ਹੁਣ ਤੁਸੀਂ ਪਾਠ ਤੋਂ ਬਾਹਰਲੀਆਂ ਉਦਾਹਰਨਾਂ ਦੇਣੀਆਂ ਨਾ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਚਿੜੀਆਂ ਨੂੰ ਬਾਜ ਬਣਾਇਆ ਸੀ। ਹੁਣ ਤੁਹਾਨੂੰ ਵੀ ਪਤਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਫੌਜ ਦਾ ਟਾਕਰਾ ਕਰਨਾ ਸੀ ਨਾ, ਤਾਂ ਉਸ ਸਮੇਂ ਸਾਡੀ ਜਿਹੜੀ ਕੌਮ ਹੈ ਨਾ, ਉਹਦਾ ਦਿਲ ਬਿਲਕੁਲ ਚਿੜੀਆਂ ਵਰਗਾ ਕਮਜ਼ੋਰ ਸੀ। ਉਹ ਬੁਰਾਈ ਦਾ ਮੁਕਾਬਲਾ ਕਰਨ ਦੇ ਲਈ ਜਿਹੜੀ ਹੈ ਨਾ ਯੋਗ ਨਹੀਂ ਸੀ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਜਿਹੜੀ ਸਾਡੀ ਚਿੜੀਆਂ ਵਰਗੀ ਕੌਮ ਸੀ, ਉਹਨੂੰ ਐਨੂੰ ਬਾਜ ਵਾਂਗ ਤੇਜ਼ ਬਣਾ ਦਿੱਤਾ ਸੀ। ਭਾਵ ਸਿੱਖ ਕੌਮ ਦੇ ਵਿੱਚ ਜਿਹੜੀ ਹੈ ਨਵੀਂ ਰੂਹ ਮਤਲਬ ਨਵਾਂ ਜੋਸ਼ ਭਰ ਦਿੱਤਾ ਸੀ। ਉਹਨਾਂ ਨੇ ਮੁਗਲਾਂ ਦਾ ਜਿਹੜਾ ਹੈ ਨਾ ਟਾਕਰਾ ਕਰਨ ਦੇ ਲਈ ਨਵਾਂ ਜਿਹੜਾ ਹੈ ਜੋਸ਼ ਭਰਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ। ਉਸੇ ਪ੍ਰਕਾਰ ਹੀ ਸਾਡੇ ਦੇਸ਼ ਭਗਤਾਂ ਨੇ, ਕਿਵੇਂ? ਨਾਮ ਲਿਖੋ ਇੱਥੇ ਤੁਸੀਂ, ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖਰ ਆਜ਼ਾਦ, ਜਿੰਨੇ ਤੁਹਾਨੂੰ ਯਾਦ ਰਹਿਣ, ਠੀਕ ਹੈ।
ਕਮਜ਼ੋਰ ਭਾਰਤੀਆਂ ਦੇ ਅੰਦਰ ਨਵਾਂ ਜੋਸ਼ ਭਰਿਆ ਤੇ ਉਹਨਾਂ ਨੂੰ ਆਪਣੇ ਦੇਸ਼ ਨੂੰ ਆਜ਼ਾਦ ਕਰਨ ਦੇ ਲਈ ਪ੍ਰੇਰਿਤ ਕੀਤਾ। ਇੱਦਾਂ ਤੁਸੀਂ ਜਿਹੜੀਆਂ ਨਾ ਚੈਪਟਰ ਤੋਂ ਬਾਅਦ ਜਿਹੜੀਆਂ ਆ ਉਦਾਹਰਨਾਂ ਦੇ ਕੇ ਇਹ ਦੱਸੋਗੇ। ਠੀਕ ਹੈ, ਪਹਿਲਾਂ ਦੱਸਣਾ ਹੈ ਕਿ ਨਿਤਾਣੇ ਤੇ ਨਿਥਾਵੇਂ ਹੈ ਕੌਣ, ਤੇ ਫਿਰ ਐਗਜ਼ਾਮਪਲਸ ਦਿਓਗੇ। ਲਾਸਟ ਕੁਐਸਚਨ ਹੈ ਬੇਟੇ ਤੁਹਾਡਾ ਮਰਜੀਵੜੇ ਵਾਲਾ ਕੁਐਸਚਨ ਹੈ ਕਿ ਫਾਂਸੀ ਦੇ ਜਿਹੜਾ ਹੈ ਨਾ ਰੱਸੇ ਚੁੰਮਣ ਵਾਲੇ ਮਰਜੀਵੜੇ ਹੁੰਦੇ ਨੇ। ਕਹਾਣੀਕਾਰ ਨੇ ਮਰਜੀਵੜੇ ਸ਼ਬਦ ਕਿਉਂ ਵਰਤਿਆ ਹੈ, ਵਿਸਥਾਰ ਸਾਹਿਤ ਲਿਖੋ। ਚੌਥਾ ਕੁਐਸਚਨ ਹੈ ਤੁਹਾਡਾ ਮਰਜੀਵੜੇ ਤੋਂ ਭਾਵ ਹੈ ਆਪਣੀ ਮਰਜ਼ੀ ਕਰਨ ਵਾਲੇ। ਲੇਖਕ ਨੇ ਮਰਜੀਵੜੇ ਸ਼ਬਦ ਇਸ ਲਈ ਵਰਤਿਆ ਹੈ ਕਿਉਂਕਿ ਸਾਡੇ ਦੇਸ਼ ਭਗਤਾਂ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਖਾਤਰ ਸ਼ਹਾਦਤ ਪ੍ਰਾਪਤ ਕੀਤੀ ਨਾ, ਉਹ ਮੌਤ ਤੋਂ ਨਾ ਡਰਨ ਵਾਲੇ ਤੇ ਆਪਣੀ ਮਰਜ਼ੀ ਕਰਨ ਵਾਲੇ ਬਹਾਦਰ ਦੇਸ਼ ਭਗਤ ਸਨ, ਜਿਨ੍ਹਾਂ ਦੀ ਅਦੁੱਤੀ ਦੇਣ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਹੁਣ ਬੇਟਾ ਇਹ ਤਾਂ ਤੁਹਾਨੂੰ ਹੋ ਗਿਆ ਕਿ ਮਰਜੀਵੜੇ ਤੋਂ ਭਾਵ ਹੈਗੇ ਆਪਣੀ ਮਰਜ਼ੀ ਕਰਨ ਵਾਲੇ, ਆਪਣੀ ਮਰਜ਼ੀ ਨਾਲ ਦੇਸ਼ ਲਈ ਸ਼ਹਾਦਤ ਦੇਣ ਵਾਲੇ। ਠੀਕ ਹੈ, ਮੌਤ ਤੋਂ ਨਾ ਡਰਨ ਵਾਲੇ, ਇਹ ਤਾਂ ਹੋ ਗਿਆ ਜਰਨਲ। ਹੁਣ ਇਹ 'ਚ ਤੁਸੀਂ ਨਾਲ ਐਗਜ਼ਾਮਪਲਸ ਦੇ ਸਕਦੇ ਹੋ ਕਿ ਜਿਵੇਂ ਸਾਡੇ ਦੇਸ਼ ਭਗਤ ਸੀ ਨਾ, ਉਹ ਮਰਜੀਵੜੇ ਸੀ, ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਇਹ ਰਸਤਾ ਚੁਣਿਆ ਸੀ। ਉਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਸੀ ਕਿ ਤੁਸੀਂ ਫਾਂਸੀ ਦੇ ਫੰਦੇ ਆਪਣੀ ਮਰਜ਼ੀ ਦੇ ਨਾਲ ਆਪਣੇ ਗਲੇ ਦੇ ਵਿੱਚ ਪਾਓ। ਉਹਨਾਂ ਨੇ ਖੁਦ ਇਹ ਰਸਤਾ ਚੁਣਿਆ ਸੀ, ਇਸ ਕਰਕੇ ਉਹ ਮਰਜੀਵੜੇ ਸੀ, ਆਪਣੀ ਮਰਜ਼ੀ ਦੇ ਮਾਲਕ ਸੀ, ਜਿਨ੍ਹਾਂ ਨੇ ਖੁਦ ਜਿਹੜਾ ਹੈ ਇਨਕਲਾਬੀ ਨਾਰਾ ਲਾਉਂਦੇ ਹੋਏ ਅੰਗਰੇਜ਼ਾਂ ਦਾ ਟਾਕਰਾ ਕੀਤਾ ਸੀ ਤੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਇਹ ਇੱਕ ਲੜਾਈ ਸ਼ੁਰੂ ਕੀਤੀ ਸੀ। ਸੋ ਇਹਨਾਂ ਦੇਸ਼ ਭਗਤਾਂ ਦੇ ਲਈ ਜਿਹੜਾ ਹੈ ਮਰਜੀਵੜੇ ਸ਼ਬਦ ਵਰਤਿਆ ਗਿਆ ਹੈ। ਠੀਕ ਹੈ, ਇਹ ਜਨਰਲ ਨੌਲੇਜ ਹੋ ਗਈ ਤਾਂ ਜਿਹੜੀ ਤੁਸੀਂ ਦੇਣੀ ਹੈ, ਤੇ ਨਾਲ ਤੁਸੀਂ ਐਗਜ਼ਾਮਪਲ ਦੇ ਕੇ ਇਹਨੂੰ ਲਿਖ ਸਕਦੇ ਹੋ। ਸੋ ਚੌਥਾ ਕੁਐਸਚਨ ਤੁਹਾਡਾ ਹੈ ਹਿਸਟਰੀ ਵੀ ਤਾਂ ਪੁੱਤ ਬੰਦੇ ਹੀ ਲਿਖਦੇ ਆ, ਕਿਸੇ ਦਾ ਨਾਮ ਪਾ ਦੇਣ, ਕਿਸੇ ਦਾ ਕੱਢ ਛੱਡਣ, ਭਾਵੇਂ ਕਿਸੇ ਨੂੰ ਹੀਰੋ ਬਣਾ ਦੇਣ ਤੇ ਕਿਸੇ ਨੂੰ ਵੀ ਜ਼ੀਰੋ ਬਣਾ ਦੇਣ। ਸੋ ਇਹਦਾ ਜਿਹੜਾ ਤੁਹਾਡਾ ਚੌਥਾ ਬੇਟਾ ਪੈਰਾਗ੍ਰਾਫ ਹੈਗਾ ਨਾ, ਉਹ ਸੇਮ ਪਹਿਲਾ ਕੁਐਸਚਨ ਹੈ। ਇਹ ਵਾਰਤਾਲਾਪ ਕਿਸ ਕਹਾਣੀ ਵਿੱਚੋਂ ਲਿਆ ਗਿਆ ਹੈ, ਕਹਾਣੀਕਾਰ ਦਾ ਨਾਮ ਲਿਖੋ। ਸੋ ਸੇਮ ਉਹੀ ਜਿਹੜੀ ਆਪਾਂ ਪਿਛਲੇ ਤਿੰਨਾਂ ਕੁਐਸਚਨ 'ਚ ਡਿਸਕਸ ਕੀਤਾ, ਉਸੇ ਤਰ੍ਹਾਂ ਤੁਸੀਂ ਸੇਮ ਇਹਦੇ 'ਚ ਉਹ ਵਾਲੀ ਐਕਸਪਲੇਨੇਸ਼ਨ ਲਿਖ ਦੇਣੀ ਆ। ਸੋ ਇਹ ਮੈਂ ਦੁਬਾਰਾ ਨਹੀਂ ਕਰਾ ਰਹੀ ਕਿਉਂਕਿ ਇਹਦੇ ਵਿੱਚ ਜਨਰਲ ਉਹੀ ਤੁਸੀਂ ਚੀਜ਼ ਦੱਸਣੀ ਆ। ਦੂਸਰਾ ਕੁਐਸਚਨ ਹੈ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਆ। ਜਿਹੜਾ ਹਿਸਟਰੀ ਵੀ ਤਾਂ ਪੁੱਤ ਬੰਦੇ ਹੀ ਲਿਖਦੇ ਨਾ, ਇਹ ਸ਼ਬਦ ਕਿਹਨੇ ਕਹੇ ਆ ਬੱਚੇ? ਲੇਖਕ ਨੇ ਕਹੇ ਆ, ਆਪਣੇ ਪੁੱਤਰ ਨੂੰ ਕਹੇ ਆ। ਕਦੋਂ ਕਹੇ? ਲੇਖਕ ਦਾ ਪੁੱਤਰ ਸਾਡੇ ਮਹਾਨ ਸ਼ਹੀਦਾਂ ਨਾਲ ਹੋ ਰਹੀ ਦੁਰਗਤੀ ਨੂੰ ਆਪਣੇ ਅੱਖੀਂ ਦੇਖਦਾ ਹੈ। ਹੁਣ ਇਹ 'ਚ ਬੇਟਾ ਤੁਹਾਨੂੰ ਯਾਦ ਹੋਣਾ ਦੁਰਗਤੀ ਕੀ ਹੋਈ ਸੀ ਕਿ ਜਿਹੜਾ ਬੰਬ ਕਾਂਡ ਹੋਇਆ ਸੀਗਾ ਨਾ, ਜਦੋਂ ਸਾਡੇ ਸ਼ਹੀਦਾਂ ਦੇ ਕਹਿ ਲਓ ਪੁਤਲੇ ਲੱਗੇ ਹੋਏ ਸੀ, ਜਦੋਂ ਪਾਕਿਸਤਾਨ ਦੀ ਫੌਜ ਨੇ ਜਿਹੜਾ ਹੈ ਹੁਸੈਨੀ ਵਾਲਾ ਬਾਰਡਰ ਦੇ ਉੱਪਰ ਹਮਲਾ ਕੀਤਾ ਸੀ ਤੇ ਉੱਥੇ ਲਾਹੌਰ 'ਚ ਲੱਗੇ ਹੋਏ ਉਹਨਾਂ ਨੇ ਸਾਡੇ ਨਾ ਸ਼ਹੀਦਾਂ ਦੇ ਪੁਤਲਿਆਂ ਨੂੰ ਪੱਟ ਕੇ ਉਹਨਾਂ ਦਾ ਜਲੂਸ ਕੱਢਿਆ ਸੀ। ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਥਾਂ ਉਹਨਾਂ ਨੂੰ ਸ਼ਰਮਿੰਦਾ ਕੀਤਾ ਸੀ। ਸੋ ਦੁਰਗਤੀ ਹੋਈ ਸੀ ਉਹਨਾਂ ਦੀ। ਸੋ ਲੇਖਕ ਦਾ ਪੁੱਤਰ ਜਿਹੜਾ ਨਾ, ਇਹ ਸਾਰੀ ਚੀਜ਼ ਨੂੰ ਉਹਨੇ ਆਪਣੇ ਅੱਖੀਂ ਵੇਖਿਆ ਸੀ, ਆਪਣੇ ਕੰਨੀ ਉਹਨੇ ਰੇਡੀਓ ਤੇ ਟੈਲੀਵਿਜ਼ਨ ਤੇ ਸਾਰਾ ਕੁਝ ਸੁਣਿਆ ਸੀ ਕਿ ਕੀ ਹੋਇਆ ਆ। ਤਾਂ ਉਸਦੇ ਮਨ ਦੇ ਵਿੱਚ ਨਾ ਕਈ ਤਰ੍ਹਾਂ ਦੇ ਸਵਾਲ ਹੁੰਦੇ ਸੀ। ਉਸਦਾ ਪੁੱਤਰ ਹੀਰੋ ਤੇ ਜ਼ੀਰੋ ਦੇ ਭੇਦ ਨੂੰ ਸਮਝ ਨਹੀਂ ਸੀ ਪਾਉਂਦਾ। ਕਿਹਦਾ ਪੁੱਤਰ? ਲੇਖਕ ਦਾ ਪੁੱਤਰ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਜਿਹੜੇ ਹੀਰੋ ਸੀ ਉਹ ਜ਼ੀਰੋ ਕਿੱਦਾਂ ਬਣ ਗਏ ਤੇ ਕਿੱਦਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਸੀ ਉਹ ਖਤਮ ਹੋ ਗਿਆ। ਕਿਉਂਕਿ ਇਹ ਸਾਂਝੇ ਸ਼ਹੀਦ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਪ੍ਰਾਪਤ ਕੀਤੀ ਸੀ ਤੇ ਉਹ ਸਾਡੇ ਹੀਰੋ ਬਣ ਗਏ ਸੀ, ਸਾਡੇ ਹੀਰੋ ਬਣ ਗਏ ਸੀ, ਪਰ ਪਾਕਿਸਤਾਨ ਦੇ ਲਈ ਉਹ ਜ਼ੀਰੋ ਬਣ ਗਏ ਸੀ। ਸੋ ਇਹ ਸ਼ਬਦ ਜਿਹੜੇ ਆ ਉਦੋਂ ਪੁੱਛੇ ਗਏ ਆ ਜਦੋਂ ਹੁਸੈਨੀ ਵਾਲਾ ਬਾਰਡਰ ਦੇ ਉੱਪਰ ਹਮਲਾ ਹੋਇਆ ਸੀ ਔਰ ਜਿਹੜੇ ਆ ਉੱਥੇ ਪੁਤਲਿਆਂ ਨੂੰ ਪੱਟ ਦਿੱਤਾ ਗਿਆ ਸੀ ਤੇ ਉਹਨਾਂ ਦਾ ਜਲੂਸ ਕੱਢਿਆ ਗਿਆ ਸੀ। ਉਦੋਂ ਦੀਆਂ ਇਹ 17 ਆ ਬੇਟੇ। ਥਰਡ ਕੁਐਸਚਨ ਹੈ ਇਹ ਵਾਰਤਾਲਾਪ ਕਦੋਂ ਉਚਾਰੇ ਗਏ ਆ, ਸਥਿਤੀ ਬਿਆਨ ਕਰੋ। ਸੋ ਇਹ 'ਚ ਆਪਾਂ ਸਾਰੀ ਸਥਿਤੀ ਬਿਆਨ ਕਰਾਂਗੇ। ਇਹ ਵਾਰਤਾਲਾਪ ਉਸ ਸਮੇਂ ਬੋਲੇ ਗਏ ਆ ਜਦੋਂ ਪਾਕਿਸਤਾਨੀ ਫੌਜਾਂ ਨੇ ਹੁਸੈਨੀ ਵਾਲਾ ਬਾਰਡਰ ਤੇ ਹਮਲਾ ਕਰ ਦਿੱਤਾ ਸੀ। ਉਸ ਦਾ ਕੁਝ ਹਿੱਸਾ ਕਬਜ਼ਾ ਕਰਨ ਵਿੱਚ ਵੀ ਉਹ ਸਫਲ ਹੋ ਗਏ ਸੀ, ਜਿਸ ਕਰਕੇ ਉਹਨਾਂ ਨੇ ਉਸ ਜਗ੍ਹਾ ਤੇ ਲੱਗੇ ਸ਼ਹੀਦਾਂ ਦੇ ਪੁਤਲਿਆਂ ਨੂੰ ਪੁੱਟ ਦਿੱਤਾ ਗਿਆ ਸੀ ਤੇ ਉਹਨਾਂ ਦਾ ਜਲੂਸ ਕੱਢਿਆ ਗਿਆ ਸੀ, ਕਿਉਂਕਿ ਉਹ ਹੁਣ ਵੰਡੇ ਹੋਏ ਮੁਲਕ ਦੇ ਸ਼ਹੀਦ
ਬਣ ਗਏ ਸੀ। ਮਤਲਬ ਭਾਰਤ ਤੇ ਪਾਕਿਸਤਾਨ ਵੰਡਿਆ ਗਿਆ ਸੀ ਨਾ, ਵੰਡੇ ਹੋਏ ਮੁਲਕ ਦੇ ਸ਼ਹੀਦ ਸੀ, ਜਿਸ ਕਰਕੇ ਸਾਡੀ ਹਿਸਟਰੀ ਨੇ ਉਹਨਾਂ ਨੂੰ ਹੀਰੋ ਦਾ ਦਰਜਾ ਦਿੱਤਾ ਸੀ, ਪਰ ਪਾਕਿਸਤਾਨ ਵਾਲਿਆਂ ਨੇ ਉਹਨਾਂ ਨੂੰ ਆਪਣੀ ਹਿਸਟਰੀ ਦੇ ਵਿੱਚੋਂ ਕੱਢ ਦਿੱਤਾ ਸੀ ਤੇ ਜਿਹੜਾ ਹੈ ਉਹਨਾਂ ਨੂੰ ਜ਼ੀਰੋ ਦਾ ਦਰਜਾ ਦਿੱਤਾ ਸੀ, ਜਿਸ ਕਾਰਨ ਉਹ ਹੀਰੋ ਤੇ ਜ਼ੀਰੋ ਦਾ ਭੇਦ ਸਮਝ ਨਹੀਂ ਸੀ ਪਾ ਰਿਹਾ। ਉਹਨੂੰ ਇਹ ਨਹੀਂ ਸੀ ਸਮਝ ਆ ਰਹੀ ਕਿ ਇਹ ਤਾਂ ਸਾਂਝੇ ਸ਼ਹੀਦ ਸੀ, ਪਰ ਇਹ ਹੀਰੋ ਤੇ ਜ਼ੀਰੋ ਕਿਵੇਂ ਬਣੇ। ਲਾਸਟ ਕੁਐਸਚਨ ਇਜ਼, ਕਿਸੇ ਦਾ ਨਾਮ ਪਾ ਦੇਣ ਤੇ ਕਿਸੇ ਦਾ ਕੱਢ ਦੇਣ ਤੋਂ ਭਾਵ ਕਿਸੇ ਨੂੰ ਵੀ ਹੀਰੋ ਬਣਾ ਦੇਣ ਤੇ ਕਿਸੇ ਨੂੰ ਜ਼ੀਰੋ, ਕੀ ਭਾਵ ਹੈ ਇਸ ਚੀਜ਼ ਤੋਂ? ਇਸ ਤੋਂ ਭਾਵ ਹੈ ਕਿ ਪਹਿਲਾਂ ਅਸੀਂ ਉਹਨਾਂ ਸ਼ਹੀਦਾਂ ਨੂੰ ਹੀਰੋ ਦਾ ਦਰਜਾ ਦਿੱਤਾ ਸੀ, ਜਦੋਂ ਦੇਸ਼ ਵੰਡਿਆ ਨਹੀਂ ਸੀ ਗਿਆ, ਉਦੋਂ ਦੀ ਗੱਲ ਹੈ ਬੇਟੇ, ਜਿਨ੍ਹਾਂ ਨੇ ਦੋਨਾਂ ਦੇਸ਼ਾਂ ਦੀ ਆਜ਼ਾਦੀ ਦਾ ਅਹਿਦ ਕਰਦੇ ਹੋਏ ਫਾਂਸੀ ਦਾ ਰੱਸਾ ਚੁੰਮਿਆ ਸੀ। ਅਹਿਦ ਮਤਲਬ ਉਹਨਾਂ ਨੇ ਉਦੋਂ ਪਾਕਿਸਤਾਨ ਅਲੱਗ ਨਹੀਂ ਸੀ, ਦੋਨਾਂ ਦੇਸ਼ਾਂ ਦੀ ਆਜ਼ਾਦੀ ਦੇ ਲਈ ਉਹਨਾਂ ਨੇ ਯੋਜਨਾ ਜਿਹੜੀ ਆ ਆਪਣਾ ਯਤਨ ਸ਼ੁਰੂ ਕੀਤਾ ਸੀ, ਔਰ ਅਖੀਰ ਉਹਨਾਂ ਨੇ ਜਿਹੜਾ ਹੈ ਨਾ ਫਾਂਸੀ ਦਾ ਰੱਸਾ ਚੁੰਮਿਆ ਸੀ, ਮਤਲਬ ਉਹਨਾਂ ਨੂੰ ਫਾਂਸੀ ਮਿਲੀ ਸੀ ਤੇ ਅੰਗਰੇਜ਼ਾਂ ਵਿਰੁੱਧ ਮਸ਼ਾਲ ਉਠਾਈ ਸੀ। ਮਸ਼ਾਲ ਉਠਾਈ ਸੀ ਮਤਲਬ ਅੰਗਰੇਜ਼ਾਂ ਤੋਂ ਉਹਨਾਂ ਨੇ ਵਿਦਰੋਹ ਕੀਤਾ ਸੀ। ਪਰ ਸਮੇਂ ਦੇ ਨਾਲ ਨਾਲ ਅਜਿਹਾ ਪਰਿਵਰਤਨ ਆਇਆ ਕਿ ਹੀਰੋ ਤੇ ਜ਼ੀਰੋ ਦੇ ਸੰਦਰਭ ਹੀ ਬਦਲ ਗਏ, ਮਤਲਬ ਅਰਥ ਹੀ ਬਦਲ ਗਏ, ਕਿਉਂਕਿ ਅੱਜ ਹਿਸਟਰੀ ਦੇ ਪੰਨਿਆਂ ਤੇ ਜਿਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ ਉਹ ਸਾਡੇ ਹੀਰੋ ਬਣ ਗਏ ਆ, ਤੇ ਜਿਨ੍ਹਾਂ ਦਾ ਜ਼ਿਕਰ ਕਿਤੇ ਨਹੀਂ ਆਇਆ ਉਹ ਜ਼ੀਰੋ ਬਣ ਕੇ ਰਹਿ ਗਏ। ਕਿਉਂਕਿ ਅੱਜ ਸਿਆਸਤ ਦੇ ਵਿੱਚ ਹਰ ਤਰ੍ਹਾਂ ਦੇ ਹੇਰ ਫੇਰ ਤਾਕਤ ਦੇ ਬਲ ਤੇ ਕੀਤੇ ਜਾਂਦੇ ਆ। ਵੈਸੇ ਵੀ ਅੰਗਰੇਜ਼ਾਂ ਦੇ ਲਈ ਹਮੇਸ਼ਾ ਸਾਨੂੰ ਜ਼ੀਰੋ ਦਾ ਹੀ ਦਰਜਾ ਦਿੱਤਾ ਹੈ। ਸੋ ਇੱਥੇ 2-3 ਜਿਹੜੇ ਪੁਆਇੰਟ ਮੇਨ ਆ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਆ ਇਹ ਪਹਿਲਾਂ ਸਾਂਝੇ ਸ਼ਹੀਦ ਸੀਗੇ, ਹੀਰੋ ਤੇ ਜ਼ੀਰੋ, ਪਰ ਜਦੋਂ ਦੇਸ਼ ਵੰਡਿਆ ਗਿਆ ਤਾਂ ਇਹਨਾਂ ਦਾ ਜਿਹੜਾ ਸੀ ਅਰਥ ਬਦਲ ਗਿਆ। ਜਿਨ੍ਹਾਂ ਦਾ ਨਾਮ ਹਿਸਟਰੀ ਦੇ ਪੰਨਿਆਂ ਤੇ ਆ ਗਿਆ ਉਹ ਹੀਰੋ ਬਣ ਗਏ, ਪਰ ਜਿਨ੍ਹਾਂ ਦਾ ਨਾਮ ਹਿਸਟਰੀ ਦੇ ਪੰਨਿਆਂ ਤੇ ਨਹੀਂ ਆਇਆ ਉਹ ਜ਼ੀਰੋ ਬਣ ਕੇ ਰਹਿ ਗਏ। ਔਰ ਵੈਸੇ ਵੀ ਅੰਗਰੇਜ਼ਾਂ ਨੇ ਸਾਡੇ ਹੀਰੋ ਨੂੰ ਹਮੇਸ਼ਾ ਜ਼ੀਰੋ ਦਾ ਹੀ ਦਰਜਾ ਦਿੱਤਾ ਆ, ਔਰ ਉਹਨਾਂ ਨੇ ਆਪਣਾ ਜ਼ੀਰੋ ਜਿਹੜਾ ਆ ਉਹ ਵੀ ਹਮੇਸ਼ਾ ਹੀਰੋ ਬਣਾ ਕੇ ਹੀ ਪੇਸ਼ ਕੀਤਾ ਆ। ਸੋ ਇਸ ਤਰ੍ਹਾਂ ਜਿਹੜਾ ਆ ਤੁਸੀਂ ਦੱਸਣਾ ਆ ਇਹਦੇ ਵਿੱਚ ਕਿ ਹੀਰੋ ਤੇ ਜ਼ੀਰੋ ਨੂੰ ਲੈ ਕੇ ਜਿਹੜੀ ਆ ਉਹ ਕੀ ਵਿਚਾਰ ਚਰਚਾ ਕੀਤੀ ਗਈ ਆ। ਠੀਕ ਹੈ ਰਾਜੇ, ਓਕੇ, ਥੈਂਕ ਯੂ ਸੋ ਮਚ।